प्यारे विद्यार्थियों, सब तो पहला नवे विद्यक सैशन 2020-21 ਵਿੱਚ आप सब ਦਾ ਮੇਰੇ ਵੱਲੋਂ ਜਾਣੀ ਕਿ ਪ੍ਰਗਟ ਸਿੰਘ ਵੱਲੋਂ ਹਾਰਦਿਕ ਸਵਾਗਤ ਕੀਤਾ ਜਾਂਦਾ ਹੈ। ਹੁਣ ਤੁਸੀਂ ਸੈਕੰਡ ਈਅਰ ਤੋਂ ਫਾਈਨਲ ਕਲਾਸ ਦੇ ਵਿੱਚ ਐਂਟਰ ਕਰ ਗਏ ਤੇ ਕਾਲਜ ਦੀ ਇੱਕ ਸੀਨੀਅਰ ਕਲਾਸ ਦੇ ਵਿੱਚ ਐਂਟਰ ਕਰ ਗਏ ਜਾਂ ਉਸ ਦੇ ਹਿੱਸਾ ਬਣ ਗਏ। ਜਿਵੇਂ ਕਿ ਆਪਾਂ ਨੂੰ ਪਤਾ ਕਿ ਤੁਹਾਡੇ ਸਭ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਇਸ ਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਕਰੋਨਾ ਮਹਾਮਾਰੀ ਦੇ ਚੱਲਦੇ ਆਨਲਾਈਨ ਕਲਾਸਾਂ ਜਾਂ ਆਨਲਾਈਨ ਟੀਚਿੰਗ ਨੂੰ ਅਪਣਾਇਆ ਗਿਆ ਹੈ ਤੇ ਅਸੀਂ ਸਾਰੇ ਹੀ ਇਸ ਮਹਾਮਾਰੀ ਦੇ ਗਵਾਹ ਹਾਂ। ਸੋ ਭਾਵੇਂ ਕਿ ਜਿਹੜੀ ਆਨਲਾਈਨ ਟੀਚਿੰਗ ਆ ਉਹ ਆਪਣੀ ਰਵਾਇਤੀ ਸਿੱਖਿਆ ਦਾ ਜਿਹੜਾ ਥਾਂ ਉਹ ਨਹੀਂ ਲੈ ਸਕਦੀ, ਪਰ ਫਿਰ ਵੀ ਜਿਹੜੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਤਾਂ ਕਿ ਤੁਹਾਡੀ ਸਿੱਖਿਆ ਦਾ ਜਾਂ ਤੁਹਾਡੇ ਸਮੇਂ ਦਾ ਜਾਂ ਤੁਹਾਡੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ, ਇਸ ਲਈ ਹਾਲ ਦੀ ਘੜੀ ਆਨਲਾਈਨ ਕਲਾਸਾਂ ਆਰੰਭ ਕਰ ਦਿੱਤੀਆਂ ਗਈਆਂ ਹਨ। ਸੋ ਆਪਾਂ ਵੱਖ-ਵੱਖ ਪਲੇਟਫਾਰਮਾਂ ਰਾਹੀਂ ਜਿਵੇਂ ਫ੍ਰੀ ਕਾਨਫਰੰਸ ਕਾਲ ਰਾਹੀਂ, YouTube ਰਾਹੀਂ ਜਾਂ PDF ਰਾਹੀਂ ਜਾਂ ਮੂਡਲ ਐਪ ਰਾਹੀਂ ਪੜ੍ਹਨ ਦੀ ਜਿਹੜੀ ਉਹ ਕੋਸ਼ਿਸ਼ ਕਰਾਂਗੇ। ਅਤੇ ਜੇਕਰ ਤੁਹਾਨੂੰ ਕਿਸੇ ਸਮੱਸਿਆ ਦਾ ਸਾਹਮਣਾ ਆਉਂਦਾ ਤਾਂ ਤੁਸੀਂ ਕਿਸੇ ਵਕਤ ਵੀ ਮੇਰੇ ਨਾਲ ਉਸ ਸਮੱਸਿਆ ਨੂੰ ਸਾਂਝਾ ਕਰ ਸਕਦੇ ਹਾਂ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ BA ਭਾਗ ਤੀਜਾ ਸਮੈਸਟਰ 5ਵਾਂ ਦੇ ਪ੍ਰੀਟੀਕਲ ਸਾਇੰਸ ਦੇ ਸਿਲੇਬਸ ਉੱਤੇ ਕੁਛ ਚਰਚਾ ਕਰਾਂਗੇ। ਜਿਵੇਂ ਕਿ ਆਪਣਾ ਜਿਹੜਾ ਪ੍ਰੀਟੀਕਲ ਸਾਇੰਸ ਆ ਉਹ ਇੱਕ ਬਹੁਤ ਵਿਆਪਕ ਅਤੇ ਬਹੁਤ ਵੱਡਾ ਵਿਸ਼ਾ, ਇਸ ਦੇ ਵਿੱਚ ਅੰਤਰਰਾਸ਼ਟਰੀ ਕਾਨੂੰਨ, ਅੰਤਰਰਾਸ਼ਟਰੀ ਸੰਸਥਾਵਾਂ, ਭਾਰਤੀ ਸੰਵਿਧਾਨ ਜਾਂ ਕੰਪੈਰੇਟਿਵ ਥਿਊਰੀ, ਪਬਲਿਕ ਐਡਮਿਨਿਸਟ੍ਰੇਸ਼ਨ, ਕ੍ਰਿਟੀਕਲ ਥਾਟ ਆਦਿ ਅਨੇਕਾਂ ਵਿਸ਼ੇ ਆਉਂਦੇ ਆ। ਅਤੇ ਆਪਾਂ ਜੋ 5ਵੇਂ ਸਮੈਸਟਰ ਦੇ ਵਿੱਚ ਪੜ੍ਹਨਾ ਪੇਪਰ ਉਹ ਕੰਪੈਰੇਟਿਵ ਪੋਲੀਟੀਕਲ ਸਿਸਟਮ ਯਾਨੀ ਕਿ ਤੁਲਨਾਤਮਕ ਰਾਜਨੀਤੀ ਪ੍ਰਣਾਲੀ। ਇਹ ਜਿਹੜਾ ਆਪਣਾ ਫਾਈਨਲ ਈਅਰ ਦਾ 5th ਸਮੈਸਟਰ ਦਾ ਸਿਲੇਬਸ ਆ, ਇਸ ਨੂੰ ਯੂਨੀਵਰਸਿਟੀ ਦੁਆਰਾ ਦੋ ਭਾਗਾਂ ਸਮੈਸਟਰ ਸੈਕਸ਼ਨ A ਅਤੇ ਸੈਕਸ਼ਨ B ਦੇ ਵਿੱਚ ਡਿਵਾਈਡ ਕੀਤਾ ਗਿਆ। ਸੈਕਸ਼ਨ A ਦੇ ਵਿੱਚ ਵੀ 2 ਪਾਰਟ ਨੇ ਅਤੇ ਸੈਕਸ਼ਨ B ਦੇ ਵਿੱਚ ਵੀ ਯੂਨੀਵਰਸਿਟੀ ਦੁਆਰਾ 2 ਪਾਰਟ ਉਹ ਰੱਖੇ ਗਏ ਨੇ। ਸੋ ਅਸੀਂ ਅੱਜ ਦੀ ਇਸ ਵੀਡੀਓ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ BA ਭਾਗ ਤੀਜਾ ਸਮੈਸਟਰ 5ਵਾਂ ਦੇ ਸਿਲੇਬਸ ਬਾਰੇ ਕੁਛ ਜਾਣਕਾਰੀ ਸਾਂਝੀ ਕਰਦੇ ਹਾਂ। ਸਭ ਤੋਂ ਪਹਿਲਾਂ ਆਪਣਾ ਸੈਕਸ਼ਨ A ਦੇ ਵਿੱਚ ਜਿਹੜਾ ਪਹਿਲਾ ਭਾਗ ਆ ਉਹ ਥਿਓਰੀਟੀਕਲ ਫਰੇਮਵਰਕ ਯਾਨੀ ਕਿ ਸਿਧਾਂਤਕ ਢਾਂਚਾ। ਉਹਦੇ ਅੰਡਰ ਅਸੀਂ ਪੜ੍ਹਾਂਗੇ ਮੀਨਿੰਗ ਐਂਡ ਸਕੋਪ ਆਫ ਕੰਪੈਰੇਟਿਵ ਪੋਲੀਟਿਕਸ, ਕਿ ਤੁਲਨਾਤਮਕ ਰਾਜਨੀਤੀ ਦੇ ਅਰਥ ਕੀ ਆ ਅਤੇ ਉਸ ਦਾ ਜਿਹੜਾ ਸਕੋਪ ਆ ਉਹ ਕੀ ਆ। ਕਿ ਜਦੋਂ ਆਪਾਂ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨ ਜਾਂ ਤੁਲਨਾਤਮਕ ਰਾਜਨੀਤੀਆਂ ਦਾ ਜਾਂ ਰਾਜਨੀਤਿਕ ਪ੍ਰਣਾਲੀਆਂ ਦਾ ਅਧਿਐਨ ਕਰਦੇ ਹਾਂ ਤਾਂ ਉਹਨਾਂ ਦੇ ਜਿਹੜਾ ਅਰਥ ਕੀ ਹੁੰਦਾ ਤੁਲਨਾਤਮਕ ਰਾਜਨੀਤੀ ਦਾ ਅਤੇ ਉਸ ਦਾ ਸਕੋਪ ਕੀ ਆ, ਇਹ ਆਪਾਂ ਇਸ ਚੈਪਟਰ ਦੇ ਵਿੱਚ ਪੜ੍ਹਾਂਗੇ। ਉਸ ਤੋਂ ਅੱਗੇ ਆਪਣਾ ਕੰਪੈਰੇਟਿਵ ਮੈਥਡ ਯਾਨੀ ਕਿ ਤੁਲਨਾਤਮਕ ਵਿਧੀ, ਕਿ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ, ਰਾਜਨੀਤਿਕ ਪ੍ਰਣਾਲੀਆਂ, ਸੰਸਥਾਵਾਂ, ਵਿਅਕਤੀਆਂ, ਉੱਥੋਂ ਦੀਆਂ ਸਰਕਾਰਾਂ ਆਦਿ ਦਾ ਅਧਿਐਨ ਕਰਨ ਲਈ ਅਤੇ ਉਹਨਾਂ ਦੇ ਵਿੱਚ ਤੁਲਨਾ ਕਰਨ ਲਈ ਕਿਹੜੀ ਵਿਧੀ ਵਰਤੀ ਜਾਂਦੀ ਆ, ਤੁਲਨਾਤਮਕ ਵਿਧੀ। ਉਸ ਦੇ ਫਾਇਦੇ ਕੀ ਆ, ਨੁਕਸਾਨ ਕੀ ਆ, ਜਾਂ ਉਹਦੀ ਮਹੱਤਤਾ ਕੀ ਆ, ਉਸ ਦੀ ਆਲੋਚਨਾ, ਉਹ ਸਭ ਕੁਛ ਆਪਾਂ ਇਹਦੇ ਵਿੱਚ ਪੜ੍ਹਾਂਗੇ। ਉਸ ਤੋਂ ਅੱਗੇ ਆਪਣਾ ਜਿਹੜਾ B ਪਾਰਟ ਆ ਜਾਂ ਜਿਹੜਾ A ਸੈਕਸ਼ਨ ਦੇ ਵਿੱਚ ਜਿਹੜਾ ਦੂਜਾ ਪਾਰਟ ਆ ਉਹ ਆ UK ਮੀਨਸ ਯੂਨਾਈਟਿਡ ਕਿੰਗਡਮ। ਯੂਨਾਈਟਿਡ ਕਿੰਗਡਮ ਦੇ ਵਿੱਚ 4 ਦੇਸ਼ ਆਉਂਦੇ ਆ। ਕਿਹੜੇ-ਕਿਹੜੇ? ਇੰਗਲੈਂਡ, ਨਾਰਥ ਆਇਰਲੈਂਡ,
ਸਕਾਟਲੈਂਡ ਅਤੇ ਵੈਲਜ਼। ਇਹਨਾਂ ਚਾਰਾਂ ਰੀਜਨਾਂ ਨੂੰ ਮਿਲਾ ਕੇ ਜਿਹੜਾ ਉਹ ਯੂਕੇ ਬਣਦਾ। ਇਸ ਦੇ ਵਿੱਚ ਅਸੀਂ ਪੜ੍ਹਾਂਗੇ ਦਾ ਬ੍ਰਿਟਿਸ਼ ਪੋਲੀਟੀਕਲ ਟ੍ਰੈਡੀਸ਼ਨਸ। ਤੁਹਾਨੂੰ ਮੈਂ ਦੱਸ ਦੇਵਾਂ ਕਿ ਜਿਹੜਾ ਇੰਗਲੈਂਡ ਆ ਉਹਦਾ ਕੋਈ ਸੰਵਿਧਾਨ ਨਹੀਂ, ਸਗੋਂ ਇੰਗਲੈਂਡ ਨੂੰ ਪਰੰਪਰਾਵਾਂ ਦੇ ਆਧਾਰ ਉੱਤੇ ਚਲਾਇਆ ਜਾਂਦਾ। ਅਤੇ ਇਸ ਦੇ ਵਿੱਚ ਅਸੀਂ ਜਿਹੜੀਆਂ ਬ੍ਰਿਟਿਸ਼ ਯਾਨੀ ਕਿ ਬਰਤਾਨਵੀ ਰਾਜਨੀਤਿਕ ਪਰੰਪਰਾਵਾਂ ਬਾਰੇ ਪੜ੍ਹਾਂਗੇ ਕਿ ਪਰੰਪਰਾਵਾਂ ਦੇ ਤਹਿਤ ਉੱਥੇ ਜਿਹੜਾ ਰਾਜ ਪ੍ਰਬੰਧ ਆ ਉਹ ਕਿਸ ਤਰ੍ਹਾਂ ਚਲਾਇਆ ਜਾਂਦਾ। ਉਸ ਤੋਂ ਅੱਗੇ ਆਪਾਂ ਯੂਕੇ ਦੀ ਸੰਸਦ, ਉੱਥੋਂ ਦੀ ਸਰਕਾਰ, ਉੱਥੋਂ ਦੇ ਰਾਜਤੰਤਰ, ਉੱਥੋਂ ਦੀ ਕੈਬਨਿਟ ਅਤੇ ਉੱਥੋਂ ਦੀ ਪਾਰਲੀਮੈਂਟ ਬਾਰੇ ਪੜ੍ਹਾਂਗੇ। ਯਾਨੀ ਕਿ ਸੈਕਸ਼ਨ ਏ ਦੇ ਵਿੱਚ ਆਪਾਂ ਇੱਕ ਤਾਂ ਪੜ੍ਹਨਾ ਮੀਨਿੰਗ ਐਂਡ ਸਕੋਪ ਆਫ ਕੰਪੈਰੇਟਿਵ ਪੋਲੀਟਿਕਸ, ਯਾਨੀ ਕਿ ਕੰਪੈਰੇਟਿਵ ਜਾਂ ਤੁਲਨਾਤਮਕ ਰਾਜਨੀਤੀ ਦੇ ਅਰਥ ਕੀ ਆ ਅਤੇ ਉਸ ਦਾ ਜਿਹੜਾ ਸਕੋਪ ਆ ਉਹ ਕੀ ਆ, ਅਤੇ ਤੁਲਨਾਤਮਕ ਵਿਧੀ। ਇਸ ਤੋਂ ਬਾਅਦ ਆਪਾਂ ਯੂਕੇ ਦੀ ਜਿਹੜੀ ਰਾਜਨੀਤਿਕ ਪ੍ਰਣਾਲੀ, ਉਸ ਦੀ ਸਰਕਾਰ, ਉਸ ਦੇ ਰਾਜਤੰਤਰ, ਉਸ ਦੀ ਸੰਸਦ ਬਾਰੇ ਸਾਰਾ ਕੁਛ ਆਪਾਂ ਡਿਟੇਲ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਜਾਂ ਜਾਣਾਂਗੇ। ਉਸ ਤੋਂ ਅੱਗੇ ਆਪਣਾ ਸੈਕਸ਼ਨ ਬੀ। ਸੈਕਸ਼ਨ ਬੀ ਦੇ ਵਿੱਚ ਆਪਾਂ ਪੜ੍ਹਾਂਗੇ USA, ਯੂਨਾਈਟਿਡ ਸਟੇਟਸ ਆਫ ਅਮਰੀਕਾ। ਇਸ ਦੇ ਵਿੱਚ ਆਪਾਂ ਪੜ੍ਹਾਂਗੇ ਫੀਚਰਸ ਆਫ ਕੌਨਸਟੀਟਿਊਸ਼ਨ ਐਂਡ ਅਮਰੀਕਨ ਬਿੱਲ ਆਫ ਰਾਈਟਸ, ਕਿ ਜਿਹੜਾ ਅਮਰੀਕਾ ਦਾ ਜਿਹੜਾ ਸੰਵਿਧਾਨ ਆ ਉਸ ਦੀਆਂ ਵਿਸ਼ੇਸ਼ਤਾਵਾਂ ਕੀ ਆ, ਅਤੇ ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਬਿੱਲ ਆਫ ਰਾਈਟਸ ਆ ਉਹ ਕੀ ਆ, ਵੀ ਅਧਿਕਾਰਾਂ ਦਾ ਜਿਹੜਾ ਬਿੱਲ ਆ ਉਹ ਕੀ ਆ। ਉਸ ਤੋਂ ਅੱਗੇ ਆਪਾਂ ਪੜ੍ਹਾਂਗੇ ਪ੍ਰੈਜ਼ੀਡੈਂਟ ਐਂਡ ਕਾਂਗਰਸ, ਕਿ ਜਿਹੜਾ ਉੱਥੋਂ ਦਾ ਜਿਹੜਾ ਰਾਸ਼ਟਰਪਤੀ ਆ ਉਹ ਕਿਵੇਂ ਚੁਣਿਆ ਜਾਂਦਾ, ਉਸ ਦੀਆਂ ਸ਼ਕਤੀਆਂ ਕੀ ਆ, ਕਿੰਨਾ ਕਾਰਜਕਾਲ, ਤਨਖਾਹ ਕਿੰਨੀ ਆ, ਉਸ ਦੀ ਮਹੱਤਤਾ ਕੀ ਆ ਜਾਂ ਉਸ ਦੀ ਭੂਮਿਕਾ ਕੀ ਆ। ਅਤੇ ਨਾਲ ਨਾਲ ਕਾਂਗਰਸ ਬਾਰੇ। ਕਾਂਗਰਸ ਉੱਥੇ ਕੋਈ ਪਾਰਟੀ ਨਹੀਂ, ਸਗੋਂ ਜਿਹੜੀ ਉਸ ਦੀ ਸੰਸਦ ਆ ਅਮਰੀਕਾ ਦੀ ਜਾਂ USA ਦੀ, ਉਸ ਨੂੰ ਉੱਥੇ USA ਦੇ ਵਿੱਚ ਕਾਂਗਰਸ ਕਿਹਾ ਜਾਂਦਾ। ਅਤੇ ਕਾਂਗਰਸ ਦੇ ਉੱਥੇ 2 ਸਦਨ ਆ, ਸੈਨੇਟ ਅਤੇ ਪ੍ਰਤੀਨਿਧੀ ਸਦਨ। ਉਸ ਤੋਂ ਅੱਗੇ ਆਪਣਾ ਫੈਡਰਲ ਸਿਸਟਮ, ਕਿ ਉੱਥੇ ਜਿਹੜਾ ਸੰਘਵਾਦ ਆ ਉਹ ਕਿਸ ਤਰ੍ਹਾਂ ਇਕਾਤਮਕ ਆ ਜਾਂ ਸੰਘਾਤਮਕ ਆ ਜਾਂ ਅਰਧ ਸੰਘਾਤਮਕ ਆ, ਉਸ ਦਾ ਸਰੂਪ ਕੀ ਆ ਅਤੇ ਉਹ ਕੰਮ ਕਿਸ ਤਰ੍ਹਾਂ ਕਰਦਾ। ਇਸ ਬਾਰੇ ਵੀ ਆਪਾਂ ਜਿਹੜੀ ਚਰਚਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਰਾਂਗੇ। ਉਸ ਤੋਂ ਅੱਗੇ ਆਪਣਾ USA ਐਂਡ UK, ਜਿਵੇਂ ਆਪਣਾ ਇਸ ਪੇਪਰ ਦਾ ਨਾਮ ਕੀ ਆ, ਕੰਪੈਰੇਟਿਵ ਪੋਲੀਟੀਕਲ ਦੂਜਾ ਆਪਣਾ ਥਿਊਰੀ। ਇਸ ਦੇ ਵਿੱਚ ਕੀ ਹੈ, ਜਦੋਂ ਆਪਾਂ UK ਪੜ੍ਹ ਲਿਆ, USA ਪੜ੍ਹ ਲਿਆ, ਉਸ ਤੋਂ ਬਾਅਦ ਆਪਾਂ ਦੋਵਾਂ ਦੇਸ਼ਾਂ ਦੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ, ਸਭ ਤੋਂ ਪਹਿਲਾਂ ਪਾਰਟੀ ਸਿਸਟਮ ਇਨ USA ਐਂਡ UK, ਵੀ ਜਿਹੜਾ USA ਦੇ ਵਿੱਚ ਪਾਰਟੀ ਸਿਸਟਮ ਕਿਹੋ ਜਿਹਾ ਅਤੇ UK ਦੇ ਵਿੱਚ ਪਾਰਟੀ ਸਿਸਟਮ ਕਿਹੋ ਜਿਹਾ, ਉਹਨਾਂ ਦੀ ਆਪਾਂ ਤੁਲਨਾ ਕਰਨੀ ਆ। ਪਹਿਲਾਂ ਆਪਾਂ ਉਹਨਾਂ ਦੇ ਪਾਰਟੀ ਸਿਸਟਮ ਬਾਰੇ ਜਾਣਾਂਗੇ ਅਤੇ ਬਾਅਦ ਵਿੱਚ ਆਪਾਂ ਉਹਨਾਂ ਦੀ ਤੁਲਨਾ ਕਰਾਂਗੇ। ਉਸ ਤੋਂ ਅੱਗੇ ਆਪਣੇ ਪ੍ਰੈਸ਼ਰ ਗਰੁੱਪਸ ਨੇ UK ਐਂਡ USA, ਜਿਵੇਂ ਹਰੇਕ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਕੁਛ ਨਾ ਕੁਛ ਜਿਹੜੇ ਪ੍ਰੈਸ਼ਰ ਗਰੁੱਪ ਜਾਂ ਦਬਾਓ ਸਮੂਹ ਜਿਹਨੂੰ ਆਪਾਂ ਕਹਿੰਦੇ ਆ, ਉਹ ਹੁੰਦੇ ਆ ਜਿਹੜੇ ਕਿ ਸਰਕਾਰ 'ਤੇ ਸਮੇਂ-ਸਮੇਂ 'ਤੇ ਆਪਦੇ ਮੰਗਾਂ ਪ੍ਰਤੀ ਜਾਂ ਆਪਦੇ ਹੱਕਾਂ ਪ੍ਰਤੀ ਦਬਾਓ ਪਾਉਂਦੇ ਆ। ਅਤੇ ਆਪਾਂ ਇਸ ਯੂਨਿਟ ਦੇ ਵਿੱਚ ਪੜ੍ਹਾਂਗੇ ਕਿ ਜਿਹੜੇ UK ਦੇ ਵਿੱਚ ਦਬਾਓ ਸਮੂਹ ਕਿਸ ਤਰ੍ਹਾਂ ਕਾਰਜ ਕਰਦੇ ਆ ਜਾਂ ਉਹਨਾਂ ਦੀ ਕਿਸ ਤਰ੍ਹਾਂ ਭੂਮਿਕਾ, ਅਤੇ USA ਦੇ ਵਿੱਚ ਉਹ ਕਿਸ ਤਰ੍ਹਾਂ ਕੰਮ ਕਰਦੇ ਅਤੇ ਉਹਨਾਂ ਦੀ ਕਿਸ ਤਰ੍ਹਾਂ ਭੂਮਿਕਾ, ਅਤੇ ਬਾਅਦ ਵਿੱਚ ਆਪਾਂ ਉਹਨਾਂ ਦੀ ਤੁਲਨਾ ਕਰਾਂਗੇ। ਉਸ ਤੋਂ ਅੱਗੇ ਸੁਪਰੀਮ ਕੋਰਟ ਇਨ USA, ਵੀ ਜਿਹੜਾ USA ਦੇ ਵਿੱਚ ਜਿਹੜਾ ਨਿਆਇਕ ਸ਼ਾਸਨ ਆ ਜਾਂ ਨਿਆਇਕ ਪ੍ਰਣਾਲੀ ਆ ਉਹ ਸੁਪਰੀਮ ਕੋਰਟ ਦੁਆਰਾ ਚਲਾਈ ਜਾਂਦੀ ਆ, ਵੀ ਉਹ ਕਿਸ ਤਰ੍ਹਾਂ ਕਾਰਜ ਕਰਦੀ ਆ। ਅਤੇ UK ਦੇ ਵਿੱਚ ਰੂਲ ਆਫ ਲਾ, ਜਿਵੇਂ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਕਿ UK ਦਾ ਕੋਈ ਵੀ ਸੰਵਿਧਾਨ ਨਹੀਂ, ਸਗੋਂ ਉਹ ਕੀ ਆ, ਪਰੰਪਰਾਵਾਂ ਦੇ ਆਧਾਰ ਉੱਤੇ ਚਲਾਇਆ ਜਾਂਦਾ। ਸੋ ਜਦੋਂ ਕਿ ਉਹਦਾ ਸੰਵਿਧਾਨ ਨਹੀਂ, ਤਾਂ ਸੰਵਿਧਾਨ ਦੇ ਤਹਿਤ ਕਿਸੇ ਨਿਆਇਕ ਬੋਡੀ ਦਾ ਵੀ ਉੱਥੇ ਜਿਹੜਾ ਨਿਰਮਾਣ ਉਹ ਨਹੀਂ ਹੋ ਸਕਿਆ। UK ਦੇ ਵਿੱਚ ਕੀ ਆ, ਰੂਲ ਆਫ ਲਾ, ਵੀ ਕਾਨੂੰਨ ਦਾ ਸ਼ਾਸਨ, ਵੀ ਜਿਹੜਾ UK ਦੇ ਵਿੱਚ ਕੀ ਆ, ਕਾਨੂੰਨ ਦਾ ਸ਼ਾਸਨ, ਅਤੇ USA ਦੇ ਵਿੱਚ ਸੁਪਰੀਮ ਕੋਰਟ। ਸੋ ਉਹਨਾਂ ਦੋਵਾਂ ਦੇ ਆਪਾਂ ਬਾਰੇ ਚਰਚਾ ਕਰਾਂਗੇ ਅਤੇ ਨਾਲ ਬਾਅਦ ਵਿੱਚ ਆਪਾਂ ਉਹਨਾਂ ਦੀ
ਤੁਲਨਾ ਜਾਂ ਤੁਲਨਾਤਮਕ ਅਧਿਐਨ ਕਰਾਂਗੇ। ਇਹ ਸੀ ਆਪਣਾ BA 3rd ਸਮੈਸਟਰ 5th ਦਾ ਪੋਲੀਟੀਕਲ ਸਾਇੰਸ ਦਾ 2020-2021 ਲਈ ਸਿਲੇਬਸ। ਉਮੀਦ ਆ ਕਿ ਤੁਹਾਨੂੰ ਇਸ ਸਿਲੇਬਸ ਬਾਰੇ ਕੁਝ ਪਤਾ ਲੱਗਿਆ ਹੋਵੇਗਾ। ਇਸ ਤੋਂ ਇਲਾਵਾ ਇਸ ਸਿਲੇਬਸ ਦੀ ਇੱਕ PDF ਤੁਹਾਨੂੰ ਆਪਣੇ WhatsApp ਗਰੁੱਪ ਦੇ ਵਿੱਚ ਹੁਣ ਸੈਂਡ ਕਰ ਦਿੱਤੀ ਜਾਵੇਗੀ। ਜੇਕਰ ਫਿਰ ਵੀ ਕਿਸੇ ਨੂੰ ਕੁਛ ਗੱਲ ਦਾ ਕੋਈ ਨਵੀਂ ਸਮਝ ਪਤਾ ਲੱਗਦੀ ਤਾਂ ਉਹ ਗਰੁੱਪ ਦੇ ਵਿੱਚ ਮੈਸੇਜ ਕਰਕੇ ਆਪਾਂ ਨੂੰ ਦੱਸ ਸਕਦਾ। ਥੈਂਕਸ।